ਅੱਜ ਹੰਬੜਾ ਦੀ ਇਸ ਸਹਿਕਾਰੀ ਸਭਾ ਦੇ ਵਿੱਚ ਮੰਚ ਤੇ ਬੈਠੇ ਮਾਹਿਰ ਸਾਹਿਬਾਨ, ਸਹਿਕਾਰੀ ਸਭਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਸਾਹਿਬਾਨ ਔਰ ਅਲੱਗ-ਅਲੱਗ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਕੱਤਰ, ਸਮੁੱਚੇ ਮੈਂਬਰ, ਅਲੱਗ-ਅਲੱਗ ਪਿੰਡਾਂ ਤੋਂ ਆਏ ਪੰਚ ਸਰਪੰਚ ਸਾਹਿਬਾਨ ਤੇ ਹੋਰ ਅਲੱਗ-ਅਲੱਗ ਸਭਾ ਸੁਸਾਇਟੀਆਂ ਦੇ ਮੈਂਬਰ, ਅਹੁਦੇਦਾਰ, ਮੈਂ ਹੰਬੜਾ ਦੀ ਇਹ ਸਹਿਕਾਰੀ ਸਭਾ ਦੇ ਵਿੱਚ ਆਉਣ 'ਤੇ ਔਰ ਇਹ 61ਵਾਂ ਜਿਹੜਾ ਸਰਵ ਭਾਰਤੀ ਸਹਿਕਾਰੀ ਸਪਤਾਹ ਮਨਾ ਰਹੇ ਹੋ, ਉਹਦੇ ਵਿੱਚ ਇੱਥੇ ਪਹੁੰਚਣ 'ਤੇ ਦੂਰਦਰਸ਼ਨ ਜਲੰਧਰ ਵੱਲੋਂ ਔਰ ਖ਼ਾਸ ਕਰਕੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਜੀ ਆਇਆਂ। ਤੁਹਾਡਾ ਸਵਾਗਤ। ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾਵਾਂ ਹੋਣ ਜਾਂ ਤੁਸੀਂ ਕੀਮਤੀ ਸੁਝਾਅ ਵੀ ਦੇਣਾ ਚਾਹੋ ਤਾਂ ਵੀ ਅਸੀਂ ਸਵਾਗਤ ਕਰਾਂਗੇ ਔਰ ਸਾਡੇ ਮਾਹਿਰਾਂ ਤੋਂ ਤੁਸੀਂ ਅਲੱਗ-ਅਲੱਗ ਪ੍ਰਸ਼ਨ ਜਿਹੜੇ ਪੁੱਛਣੇ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸ਼੍ਰੀ ਇੰਦਰ ਰਾਜ ਸਿੰਘ ਜੀ ਬੈਂਸ, ਜੋ ਕਿ ਸਾਡੇ ਦੂਰਦਰਸ਼ਨ ਦੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਰਹਿੰਦੇ ਆ, ਉਹਨਾਂ ਦਾ ਵਿਸ਼ੇਸ਼ ਸਹਿਯੋਗ ਸਾਨੂੰ ਮਿਲਦਾ ਰਹਿੰਦਾ ਹੈ। ਅੱਜ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਡੀਆਰ ਸਾਹਿਬ ਸ਼੍ਰੀ ਰਮੇਸ਼ ਕੁਮਾਰ ਜੀ, ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਜੀ। ਬੇਸ਼ੱਕ ਖੜੇ ਹੋ ਕੇ ਸਾਰਿਆਂ ਨੂੰ ਪਤਾ ਲੱਗੇ, ਤੁਹਾਡੇ ਦਰਸ਼ਨ ਕਰ ਸਕਣ। ਧੰਨਵਾਦ ਜੀ, ਮਿਹਰਬਾਨੀ। ਏਆਰ ਸਾਹਿਬ ਸ਼੍ਰੀ ਸ਼ਮਸ਼ਾਦ ਅਲੀ ਜੀ ਸਾਡੇ ਦਰਮਿਆਨ ਬੈਠੇ ਹੈ। ਮੁੱਖ ਖੇਤੀਬਾੜੀ ਅਫਸਰ ਸੇਖੋਂ ਸਾਹਿਬ, ਇਹਨਾਂ ਨੂੰ ਵੀ ਜੀ ਆਇਆਂ। ਜ਼ਿਲ੍ਹਾ ਮੈਨੇਜਰ ਸੈਂਟਰਲ ਕੋਆਪਰੇਟਿਵ ਬੈਂਕ ਸਰਦਾਰ ਦਵਿੰਦਰਪਾਲ ਸਿੰਘ ਜੀ, ਉਹ ਵੀ ਸਾਡੇ ਵਿਚਕਾਰ ਬੈਠੇ ਹੈ। ਸਰਦਾਰ ਮਨਜੀਤ ਸਿੰਘ ਜੀ ਹੰਬੜਾ, ਜੋ ਕਿ ਸਾਬਕਾ ਵਾਈਸ ਚੇਅਰਮੈਨ ਨੇ, ਉਹਨਾਂ ਨੂੰ ਵੀ ਸਵਾਗਤ। ਤੇ ਸਰਦਾਰ ਬਲਜਿੰਦਰ ਸਿੰਘ ਭੰਗੂ ਜੀ, ਜੋ ਕਿ ਪ੍ਰਧਾਨ ਨੇ ਸਹਿਕਾਰੀ ਸਭਾ ਹੰਬੜਾ ਦੇ। ਇਹਨਾਂ ਤੋਂ ਇਲਾਵਾ ਹੋਰ ਵੀ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਦਰਮਿਆਨ ਬੈਠੀਆਂ ਨੇ। ਸਹਿਕਾਰਤਾ ਲਹਿਰ ਦੇ ਨਾਲ ਸੰਬੰਧਿਤ, ਕੋਆਪਰੇਟਿਵ ਦੇ ਨਾਲ ਸੰਬੰਧਿਤ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਪ੍ਰਸ਼ਨ ਹੋਣ ਤਾਂ ਤੁਸੀਂ ਆਪਣੀ ਜਗ੍ਹਾ 'ਤੇ ਹੀ ਖੜ੍ਹ ਕੇ ਹੱਥ ਖੜ੍ਹਾ ਕਰ ਦੇਣਾ, ਮਾਈਕ ਤੁਹਾਡੇ ਕੋਲ ਆ ਜਾਊਗਾ ਔਰ ਤੁਸੀਂ ਫਿਰ ਉਹ ਪ੍ਰਸ਼ਨ ਜਿਹੜਾ ਸਾਡੇ ਮਾਹਿਰਾਂ ਤੋਂ ਪੁੱਛਣਾ, ਉਹ ਤੁਹਾਨੂੰ ਉਹਦਾ ਜਵਾਬ ਦੇਣਗੇ। ਪ੍ਰਸ਼ਨ ਪੁੱਛਣ ਤੋਂ ਇਲਾਵਾ ਅਗਰ ਤੁਸੀਂ ਆਪਣਾ ਕੋਈ ਸੁਝਾਅ ਵੀ ਦੇਣਾ ਚਾਹੋ ਤਾਂ ਵੀ ਜੀ ਆਇਆਂ, ਉਹਦਾ ਵੀ ਅਸੀਂ ਵੈਲਕਮ ਕਰਾਂਗੇ, ਸਵਾਗਤ ਕਰਾਂਗੇ। ਸੋ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਿਹੜਾ ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ। ਤੋ ਹੋਰ ਕੋਈ ਪ੍ਰਸ਼ਨ ਪੁੱਛਣਾ ਚਾਹੇ ਤਾਂ ਉਹਨਾਂ ਦਾ ਵੀ ਮੈਂ ਸਵਾਗਤ ਕਰਾਂਗਾ। ਉਸ ਬਿਲਕੁਲ ਇੱਥੇ ਮੇਰੇ ਲਾਗੇ ਆ ਜਾਣ, ਮਾਈਕ ਤੇ ਆ ਜਾਣ ਜਾਂ ਆਪਣੀ ਜਗ੍ਹਾ ਤੇ ਹੱਥ ਖੜਾ ਕਰੋ। ਤੁਸੀਂ ਆਓ ਜੀ, ਇੱਥੇ ਆਓ ਮਾਈਕ ਤੇ। ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ, ਪਿੰਡ ਦਾ ਨਾਂ। ਜੱਗਾ ਸਿੰਘ ਜੀ। ਹਾਂ, ਜੱਗਾ ਸਿੰਘ ਜੀ, ਕਿਹੜਾ ਪਿੰਡ ਜੀ? ਬਲੀਪੁਰ ਕਲਾਂ ਜੀ। ਬਲੀਪੁਰ ਕਲਾਂ, ਹਾਂ ਜੀ। ਆਪਣਾ ਪ੍ਰਸ਼ਨ ਜੀ? ਪ੍ਰਸ਼ਨ ਤਾਂ ਇਹ ਆ ਜੀ ਵੀ ਸਾਨੂੰ ਬੀਜ ਨਹੀਂ ਸਹੀ ਮਿਲਦੇ ਸਬਜ਼ੀਆਂ ਦੇ ਜੀ। ਕੋਈ ਵੀ ਲੈਂਦੇ ਆ, ਗੱਠਿਆਂ ਦਾ, ਗੋਭੀ ਦਾ ਵੀ ਇੱਕ ਤਾਂ ਬਹੁਤ ਜ਼ਿਆਦਾ ਮਹਿੰਗਾ ਮਿਲਦਾ, ਠੀਕ ਹੈ, ਤੇ ਇੱਕ ਉਹ ਵੀ ਸਹੀ ਨਹੀਂ ਮਿਲਦਾ ਹੈਗਾ, ਠੀਕ ਹੈ। ਕਣਕ ਝੋਨੇ ਅਸੀਂ ਕਿਵੇਂ ਬੰਦ ਕਰ ਦਈਏ ਜੀ? ਹਾਂ, ਨਹੀਂ ਦੇਖੋ, ਜਿਹੜਾ ਤੁਸੀਂ ਤੁਹਾਡੇ ਮਨ ਦੇ ਵਿੱਚ ਪ੍ਰਸ਼ਨ ਹੈ, ਇਹਦਾ ਅਸੀਂ ਜ਼ਰੂਰ ਜਿਹੜਾ ਹਾਂਜੀ, ਇਹ ਮਤਲਬ ਕਣਕਾਂ ਦੇ ਬੀਜ ਤਾਂ ਤੁਸੀਂ ਦੇ ਦਿੱਤੇ, ਸਾਨੂੰ ਕੋਈ ਸਬਜ਼ੀਆਂ ਦੇ ਵੀ ਕੋਈ ਸਬਸਿਡੀ ਤੇ ਮਿਲਣੇ ਚਾਹੀਦੇ ਆ ਜੀ, ਫੇਰ ਹੀ ਸਬਜ਼ੀਆਂ ਬੀਜਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅਸੀਂ ਹੁਣੇ ਹੀ ਪੁੱਛ ਲੈਣੀ ਹੈ ਮਾਹਿਰਾਂ ਤੋਂ ਗੱਲ। ਹਾਂਜੀ, ਕੋਈ ਸਬਜ਼ੀ ਦਾ ਬੀਜ ਸਾਨੂੰ ਸਹੀ ਮਿਲਦਾ ਹੀ ਨਹੀਂ ਜੀ। ਬਿਲਕੁਲ, ਕੋਈ ਪਿਆਜ਼ ਦਾ ਨਹੀਂ ਮਿਲਦਾ, ਗੋਭੀ ਬੀਜਦੇ ਆ, ਹੋਰ ਕੋਈ ਚੀਜ਼ ਬੀਜਦੇ ਆ, ਉਹ ਹੀ ਨਿਸਰ ਜਾਂਦਾ, ਤੇ ਜੇ ਵਧੀਆ ਲੈਣੇ ਤਾਂ ਮਿਲਦਾ ਉਹ 10-12 ਹਜ਼ਾਰ ਨੂੰ ਕਿਲੋ ਆ। ਧੰਨਵਾਦ ਜੀ, ਧੰਨਵਾਦ। ਦੇਖੋ, ਪ੍ਰਸ਼ਨ ਵਾਕਈ ਵਧੀਆ ਵੀ ਹੈ ਔਰ ਇਹ ਗੱਲਾਂ ਕਈ ਵਾਰੀ ਹਕੀਕਤ ਦੇ ਵਿੱਚ ਸਾਡੇ ਸਾਹਮਣੇ ਵੀ ਸਾਨੂੰ ਇਹ ਗੱਲਾਂ ਫੇਸ ਕਰਨੀਆਂ ਪੈਂਦੀਆਂ। ਬਹੁਤ ਸਾਰੇ ਘਟੀਆ ਬੀਜ ਵੀ ਔਰ ਘਟੀਆ ਖਾਦਾਂ ਵੀ ਮਾਰਕੀਟ ਦੇ ਵਿੱਚ ਆ ਜਾਂਦੀਆਂ। ਕਈ ਵਾਰੀ ਅਸੀਂ ਬੀਜ ਦਿੰਦੇ ਹਾਂ, ਪੂਰਾ ਉਹ ਜੰਮਦਾ ਹੀ ਨਹੀਂ, ਸੋ ਉਸ ਵੇਲੇ ਕਿਸਾਨ ਵੀਰ ਦਾ ਬਹੁਤ ਨੁਕਸਾਨ ਹੋ ਜਾਂਦਾ। ਉਹਨਾਂ ਨੇ ਗੱਲ ਬੜੀ ਸਾਫ਼ ਤੇ ਸਪਸ਼ਟ ਪੁੱਛੀ ਹੈ ਕਿ ਇੱਕ ਤਾਂ ਵਧੀਆ ਕੁਆਲਿਟੀ ਦੇ ਬੀਜ ਮਿਲਣ ਤੇ ਸਸਤੇ ਮਿਲਣ, ਸਬਸਿਡੀ ਮਿਲੇ। ਹਾਂਜੀ ਸੇਖੋਂ ਸਾਹਿਬ। ਹਾਂਜੀ, ਕਿਸਾਨ ਦਾ ਸੁਝਾਅ ਜਿਹੜਾ ਉਹਨਾਂ ਨੇ ਇੱਕ ਆਪਦਾ ਸਵਾਲ ਕੀਤਾ ਵੀ ਸਾਨੂੰ ਬੀਜ ਵਧੀਆ ਨਹੀਂ ਮਿਲਦੇ, ਸਬਜ਼ੀਆਂ ਵੱਲ ਅਸੀਂ ਜਾ ਨਹੀਂ ਸਕਦੇ। ਮੈਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਚਾਹੇ ਕਿਤੋਂ ਵੀ ਕਿਸੇ ਵੀ ਕੀੜੇ ਮਾਰ ਦਵਾਈ, ਖਾਦ ਜਾਂ ਬੀਜ ਲੈਣਾ, ਉਹਦਾ ਬਿੱਲ ਲਿਆ ਜਾਵੇ। ਜੇਕਰ ਕੋਈ ਤੁਹਾਨੂੰ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਉਹਦੇ ਵਾਸਤੇ ਜਿਹੜਾ ਖੇਤੀਬਾੜੀ ਮਹਿਕਮਾ ਉਹਦਾ ਲਾਇਸੈਂਸ ਕੈਂਸਲ ਕਰ ਸਕਦਾ, ਉਹਨੂੰ ਉਹਦੇ 'ਤੇ ਕੇਸ ਚਲਾ ਸਕਦਾ। ਤੇ ਜੇ ਦੂਸਰੀ ਗੱਲ ਇਹ ਆ ਵੀ ਜਿਹੜੇ ਮਹਿੰਗੇ ਵੀ ਮਿਲਦੇ ਨੇ, ਹਾਈਬ੍ਰਿਡ ਬੀਜ ਕਈ ਇਸ ਤਰ੍ਹਾਂ ਦੇ ਆਉਂਦੇ ਆ ਵੀ ਜਿਹੜੇ ਸਬਜ਼ੀਆਂ ਦੇ ਬੀਜ ਨੇ ਉਹ ਮਹਿੰਗੇ ਨੇ। ਸਾਡਾ ਇੱਕ ਬਾਗਬਾਨੀ ਵਿਭਾਗ ਪੰਜਾਬ ਆ, ਉਹ ਵੀ ਬੀਜ ਜਿਹੜੇ ਆ ਉਹ ਘੱਟ ਰੇਟ ਤੇ ਦਿੰਦਾ, ਉਹਨਾਂ ਨਾਲ ਰਾਬਤਾ ਰੱਖਿਆ ਜਾਵੇ। ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਸਬਜ਼ੀਆਂ ਦੇ ਬੀਜ ਜਿਹੜੇ ਸਸਤੇ ਰੇਟ ਤੇ ਮਿਲਦੇ ਨੇ। ਜਿਹੜੇ ਤੁਸੀਂ ਅਗਰ ਦੁਕਾਨਾਂ ਵਾਲੇ ਦੇ ਮਗਰ ਲੱਗ ਕੇ ਮਹਿੰਗੇ ਬੀਜ ਲੈਂਦੇ ਹੋ, ਉਹ ਤੁਹਾਨੂੰ ਸਾਜ਼ਬਾਜ਼ੀ ਇੱਦਾਂ ਦਾ ਦਿਖਾ ਦਿੰਦੇ ਨੇ ਵੀ ਇਹਦਾ ਝਾੜ ਜੇ ਤੁਸੀਂ ਇਹਨੂੰ ਬੀਜੋਗੇ ਤਾਂ ਇਹਦਾ ਜੇ 100 ਕੁਆਂਟਲ ਆਉਣਾ ਤਾਂ ਉਹ 400 ਕੁਆਂਟਲ ਦੱਸ ਦਿੰਦੇ ਨੇ। ਤੇ ਉਹ ਗੰਜੇ ਨੂੰ ਕੰਘੀ ਵੇਚਣ ਵਾਲੀ ਗੱਲ ਆ।
ਤੁਸੀਂ ਇਸ ਸੰਬੰਧ ਵਿੱਚ ਜਦੋਂ ਵੀ ਕਿਸੇ ਕਿਸਾਨ ਨੇ ਬੀਜ ਲੈਣਾ ਫਿਰ ਵੀ ਉਹ ਖੇਤੀਬਾੜੀ ਮਹਿਕਮੇ ਨਾਲ ਦੁਕਾਨ ਤੇ ਜਾ ਕੇ ਰਾਬਤਾ ਰੱਖੇ। ਖੇਤੀਬਾੜੀ ਮਹਿਕਮੇ ਦਾ ਕੰਮ ਆ ਕੁਆਲਿਟੀ ਕੰਟਰੋਲ ਕਰਨਾ, ਤੁਹਾਨੂੰ ਬਿਨਾਂ ਤੇ ਬੀਜ ਖਾਦ ਤੇ ਕੀੜੇ ਮਾਰ ਦਵਾਈਆਂ ਦੇਣੀਆਂ। ਤੇ ਉਹਦੇ ਵਾਸਤੇ ਜਦੋਂ ਵੀ ਕਿਸਾਨ ਨੂੰ ਕਿਸੇ ਨੂੰ ਲੋੜ ਆ, ਜੇ ਕਿਤੇ ਉਹਨੂੰ ਕਿਸੇ ਬੀਜ ਦੀ ਲੋੜ ਆ, ਸਾਡੇ ਨਾਲ ਜ਼ਰੂਰ ਰੱਖੇ। ਇੱਕ ਮੈਂ ਦੂਸਰੀ ਬੇਨਤੀ ਇਸੇ ਮੰਚ ਤੋਂ ਕਰਨੀ ਚਾਹੁੰਦਾ ਬਈ ਕਿਸਾਨ ਜਦੋਂ ਕੋਈ ਅਸੀਂ ਸਬਸਿਡੀ ਤੇ ਬੀਜ ਦਿੰਨੇ ਆ ਤਾਂ ਕਿਸਾਨ ਜੇ ਕੋਈ 50 ਏਕੜ ਬੀਜ ਦਾ ਤਾਂ 50 ਏਕੜ ਦਾ ਹੀ ਨਵਾਂ ਬੀਜ ਮੰਗਦਾ ਵਾ। ਤੇ ਇਹਨਾਂ ਬੀਜ ਜਿਹੜਾ ਪ੍ਰੋਡਿਊਸ ਕਰਨਾ ਪੰਜਾਬ ਗੌਰਮੈਂਟ ਵਾਸਤੇ ਬਹੁਤ ਔਖਾ ਕੰਮ ਆ। ਤੇ ਤੁਸੀਂ 1 ਏਕੜ ਦਾ ਬੀਜ ਆ, ਜਿਵੇਂ ਕਣਕ ਦਾ 1 ਏਕੜ ਦਾ ਬੀਜ ਆ, ਉਹਦੇ ਨਾਲ ਅਗਲੇ ਸਾਲ ਤੁਸੀਂ 40 ਏਕੜ ਬੀਜ ਸਕਦੇ ਹੋ। ਇੱਕ ਜਿਹੜਾ ਸਰਟੀਫਾਈਡ ਬੀਜ ਜਦੋਂ ਤੁਹਾਡੇ ਕੋਲੇ ਆ ਗਿਆ ਉਹਦੇ ਨਾਲ 3 ਸਾਲ ਉਸ ਫਸਲ ਲੈ ਸਕਦੇ ਹੋ। ਜੇ ਤੁਸੀਂ ਝੋਨੇ ਦਾ ਬੀਜ ਆ, ਜਿਵੇਂ 1 ਏਕੜ 8 ਕਿਲੋ ਬੀਜ ਲੈਣਾ ਤੁਸੀਂ, ਉਹ ਜੇ ਤੁਸੀਂ ਕੁਆਲਿਟੀ ਵਾਲਾ ਬੀਜ ਆਪਦਾ ਪੈਦਾ ਕਰਨਾ ਤੇ ਉਹਦੇ ਵਾਸਤੇ ਵੀ ਤੁਸੀਂ 8 ਕਿਲੋ ਬੀਜ ਨਾਲ ਲਗਭਗ ਜੇ 25 ਕੁਇੰਟਲ ਵੀ ਆਪਣਾ ਝੋਨਾ ਨਿਕਲੇ ਤਾਂ ਉਹਦੇ 'ਚ ਆਪਣਾ ਬਹੁਤ ਸਾਰਾ 300-400 ਏਕੜ ਦਾ ਜਿਹੜਾ ਬੀਜ ਬਣ ਜਾਂਦਾ। ਸਾਡੇ ਕੋਲ ਪ੍ਰਸ਼ਨ ਇੱਕ ਹੋਰ ਹੈ, ਆਓ ਪ੍ਰਸ਼ਨ ਲਈਏ। ਹਾਂਜੀ, ਆਪਣਾ ਨਾਂ ਜੀ? ਰਜਿੰਦਰਪਾਲ ਸਿੰਘ ਔਲਖ। ਮੈਂ ਬੈਠਾ ਸੋਚ ਰਿਹਾ ਸੀ ਵੀ ਕਾਫੀ ਸਵਾਲ ਤਾਂ ਜਿਹੜੇ ਮੇਰੇ ਦਿਮਾਗ ਸੀਗੇ ਉਹ ਮੇਰੇ ਤੋਂ ਪਹਿਲਾਂ ਹੋ ਗਏ। ਇੱਕ ਸਵਾਲ ਬੜਾ ਅਹਿਮ ਆ ਜਿਹੜਾ ਚਰਚਾ ਦਾ ਵਿਸ਼ਾ ਬੜੇ ਵੱਡੇ ਪੱਧਰ ਦੇ ਉੱਤੇ ਬਣਿਆ, ਅਖਬਾਰਾਂ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਪਾਣੀ ਦੀ ਸੁਚੱਜੀ ਵਰਤੋਂ ਬਾਰੇ। ਕਿਉਂਕਿ ਖੇਤੀ ਨਾ ਪਾਣੀ ਤੋਂ ਬਿਨਾਂ ਬਚ ਸਕਦੀ ਆ, ਨਾ ਪਸ਼ੂ ਪੰਛੀ ਬਚ ਸਕਦੇ ਆ, ਤੇ ਨਾ ਅਸੀਂ ਮਨੁੱਖ ਬਚ ਸਕਦੇ ਆ। ਮੈਂ ਕਿਤੇ ਪੜ੍ਹਿਆ ਸੀਗਾ ਕਿ 97% ਪਾਣੀ ਜਿਹੜਾ ਦੁਨੀਆ ਦਾ ਕੁੱਲ ਆ ਉਹ ਸਮੁੰਦਰਾਂ ਦੇ ਸਾਗਰਾਂ 'ਚ ਕੈਦ ਆ, ਤੇ ਉਹ ਬਹੁਤ ਭਾਰਾ ਪਾਣੀ ਆ ਤੇ ਕੋਹਾਂ ਦੂਰ ਆ ਸਾਡੇ ਤੋਂ, ਉਹਨੂੰ ਅਸੀਂ ਲਿਆ ਨਹੀਂ ਸਕਦੇ। 2.5% ਪਾਣੀ ਜਿਹੜਾ ਬਰਫ਼ਾਂ ਦੇ ਰੂਪ 'ਚ ਧਰੋਆਂ 'ਤੇ ਜੰਮਿਆ ਹੋਇਆ ਉਹ ਵੀ ਨਹੀਂ ਆ ਸਕਦਾ। ਜੇ ਉਹ ਖੁਰ ਕੇ ਆਉਂਦਾ ਵੀ ਆ ਵੱਧ ਤਾਪਮਾਨ ਨਾਲ, ਤੇ ਉਹ ਦਰਿਆਵਾਂ ਨਾਲ ਸਮੁੰਦਰਾਂ ਸਾਗਰਾਂ ਦੇ ਵਿੱਚ ਹੀ ਵੱਧਦਾ। ਸਿਰਫ 0.5% ਪਾਣੀ ਆ ਸਾਡੇ ਕੋਲੇ ਜਿਹੜਾ ਅਸੀਂ ਸਾਰਿਆਂ ਨੇ ਵਰਤਣਾ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਬਚਾ ਕੇ ਰੱਖਣਾ। ਤੇ 0.5% 'ਚ ਵੀ ਬਹੁਤਾ ਅਮਰੀਕਾ ਤੇ ਕੈਨੇਡਾ ਦੀ ਇੱਕ ਗ੍ਰੇਟ ਲੇਕ ਆ ਉਹਦੇ ਸਾਂਭਿਆ ਪਿਆ, ਤੇ ਇਸ ਨਜ਼ਰੀਏ ਨਾਲ ਸਾਂਭਿਆ ਪਿਆ ਕਦੀ ਵਪਾਰ ਕਰਾਂਗੇ ਇਹਦਾ ਪਾਣੀ ਦਾ। ਤੇ ਆਮ ਇਹ ਵੀ ਕਹਿੰਦੇ ਆ ਕਿ ਤੀਜੀ ਸੰਸਾਰ ਜੰਗ ਜਿਹੜੀ ਆ ਉਹ ਪਾਣੀ ਦੀ ਕਮੀ ਨੂੰ ਲੈ ਕੇ ਲੱਗਣੀ ਆ ਦੁਨੀਆ ਦੀਆਂ ਵੱਡੀਆਂ ਧਿਰਾਂ ਦੇ ਵਿੱਚ। ਤੇ ਮੇਰਾ ਸਵਾਲ ਆ ਸਹਿਕਾਰਤਾ ਵਿਭਾਗ ਨੂੰ ਵੀ ਤੇ ਖੇਤੀਬਾੜੀ ਵਿਭਾਗ ਨੂੰ ਵੀ ਕਿਹੜੀਆਂ ਉਹ ਤਕਨੀਕਾਂ ਨੇ ਜਿਹੜੀਆਂ ਕਿਸਾਨ ਆਪਣੇ ਖੇਤ ਦੇ ਪੱਧਰ ਦੇ ਉੱਤੇ ਪਾਣੀ ਨੂੰ ਬਚਾਉਣ ਲਈ ਵਰਤਣ, ਤੇ ਕਿਹੜੀਆਂ ਉਹ ਮਸ਼ੀਨਾਂ ਨੇ ਜਿਹੜੀਆਂ ਪਾਣੀ ਨੂੰ ਬਚਾਉਣ ਲਈ ਫਸਲਾਂ ਦੀ ਬਿਜਾਈ ਵਾਸਤੇ ਸਹਾਇਕ ਹੁੰਦੀਆਂ। ਇਹ ਕਿਸਾਨਾਂ ਨਾਲ ਸਾਂਝਾ ਕੀਤਾ ਜਾਣਾ ਬਣਦਾ। ਗੁਰਬਾਣੀ ਦੇ ਵਿੱਚ ਵੀ ਪਾਣੀ ਦੀ ਅਹਿਮੀਅਤ ਨੂੰ ਬਹੁਤ ਸੁਚੱਜੇ ਤਰੀਕੇ ਦੇ ਨਾਲ ਦਰਸਾਇਆ ਗਿਆ। ਪਹਿਲਾ ਪਾਣੀ ਜੀ ਉਹ ਹੈ ਜਿਤ ਹਰਿਆ ਸਭ ਕੋਏ, ਜਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮਸਲਾ ਬਹੁਤ ਗੰਭੀਰ ਹੈ, ਪਾਣੀ ਦੀ ਸੰਭਾਲ ਕਰਨੀ ਪੈਣੀ ਹੈ। ਬੈਂਸ ਸਾਹਿਬ ਨੂੰ ਮੈਂ ਬੇਨਤੀ ਕਰਾਂ ਕਿ ਉਹ ਸੰਖੇਪ ਦੇ ਵਿੱਚ ਇਸ ਪ੍ਰਸ਼ਨ ਦਾ ਜ਼ਰੂਰ ਜਵਾਬ ਦੇਣ। ਬੈਂਸ ਸਾਹਿਬ। ਭੁੱਲਰ ਸਾਹਿਬ, ਅਸੀਂ ਇਸ ਮਕਸਦ ਦੇ ਤਹਿਤ ਜਿਹੜਾ ਪਹਿਲਾਂ ਹੀ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਦੇ ਵਿੱਚ ਪੰਜਾਬ ਦੇ ਵਿੱਚ 3514 ਸਹਿਕਾਰੀ ਸਭਾਵਾਂ ਨੇ ਔਰ 1200 ਤੇ 59 ਸਹਿਕਾਰੀ ਸਭਾਵਾਂ ਦੇ ਵਿੱਚ ਲੇਜ਼ਰ ਲੈਬਲਰਸ ਅਸੀਂ ਸਪਲਾਈ ਕੀਤੇ ਨੇ, ਤਾਂ ਜੋ ਜਿਹੜੀ ਪਾਣੀ ਦੀ ਝੋਨੇ ਦੇ ਵਿੱਚ ਸੁਚੱਜੀ ਵਰਤੋਂ ਲੈਬਲਿੰਗ ਕਰਕੇ ਹੋ ਸਕੇ। ਔਰ ਇਹਦੇ ਨਾਲ ਜਿਹੜੇ ਪੰਜਾਬ ਦੇ ਫਾਰਮਰਸ ਨੇ ਆਪਣੇ ਖੇਤਾਂ ਵਿੱਚ 33% ਪਾਣੀ ਦੀ ਸੇਵਿੰਗ ਕਰ ਰਹੇ ਆ। ਔਰ ਇਹ ਸਭ ਤੋਂ ਵੱਡੀ ਯੋਗਦਾਨ ਸਾਡਾ ਕੋਆਪਰੇਟਿਵ ਦਾ ਹੈਗਾ ਇਹਦੇ ਵਿੱਚ, ਪਾਣੀ ਦੀ ਸੇਵਿੰਗ ਦੇ ਵਿੱਚ। ਔਰ ਇਹਦੇ ਨਾਲ ਬਿਜਲੀ ਵੀ ਬਚਦੀ ਹੈ। ਸਭਾਵਾਂ ਦੇ ਮੈਂਬਰ ਨੇ ਜੇਕਰ ਲੇਜ਼ਰ ਲੈਬਲਰ ਚਾਹੁੰਦੇ ਨੇ, ਲੈਣਾ ਚਾਹੁੰਦੇ ਨੇ, ਜਿਹੜੇ ਬਾਕੀ ਸਹਿਕਾਰੀ ਸਭਾਵਾਂ ਜਿਨ੍ਹਾਂ ਕੋਲ ਨਹੀਂ ਹੈਗੀਆਂ, ਤਾਂ ਇਸ ਮਾਧਿਅਮ ਰਾਹੀਂ ਸੁਣ ਕੇ ਅਸੀਂ ਉਹਨਾਂ ਨੂੰ ਜ਼ਰੂਰ ਹੈਲਪ ਕਰਾਂਗੇ ਇਸ ਪਾਣੀ ਦੀ ਸੇਵਿੰਗ ਦੇ ਵਿੱਚ। ਬੈਂਸ ਸਾਹਿਬ ਨੇ ਵਧੀਆ ਤਰੀਕੇ ਦੇ ਨਾਲ ਇਸ ਪ੍ਰਸ਼ਨ ਦਾ ਉੱਤਰ ਸਾਨੂੰ ਦੇ ਦਿੱਤਾ। ਸੁਰਿੰਦਰਪਾਲ ਸਿੰਘ ਜੀ ਸਾਡੇ ਨਾਲ ਨੇ, ਉਹ ਵੀ ਆਪਣਾ ਪ੍ਰਸ਼ਨ ਪੁੱਛਣਗੇ। ਸੁਰਿੰਦਰਪਾਲ ਜੀ। ਹਾਂਜੀ, ਮੇਰਾ ਪ੍ਰਸ਼ਨ ਹੈਗਾ ਜੀ, ਸਾਡਾ ਡਿਪਾਰਟਮੈਂਟ ਜਿਹੜਾ ਭਾਈ ਘਨੱਈਆ ਸਕੀਮ ਅਧੀਨ ਇਲਾਜ ਫ੍ਰੀ ਕਰਾਉਂਦਾ ਹਸਪਤਾਲਾਂ 'ਚੋਂ, ਕਈ ਵਾਰੀ ਉਹਦੇ ਵਿੱਚ ਹਸਪਤਾਲ ਇਲਾਜ ਕਰਦੇ ਹੀ ਨਹੀਂ ਹੈਗੇ ਜੀ। ਮੇਰੇ ਆਪਦੇ ਜਿਹੜੇ ਮੈਂਬਰਾਂ ਦੇ ਮਰੀਜ਼ ਹੈਗੇ ਨੇ 4-4 ਮਹੀਨੇ ਹੋ ਗਏ ਉਹਨਾਂ ਦਾ ਕੋਈ ਇਲਾਜ ਨਹੀਂ ਕਰ ਰਿਹਾ। ਪੈਸੇ ਵਿੱਚ ਪੈਸੇ ਹਸਪਤਾਲ ਵਾਲੇ ਕਹਿੰਦੇ ਅਸੀਂ ਲੈਣੇ, ਨਗਦ ਪੈਸੇ ਦਿਓ ਬਾਅਦ 'ਚ ਕਰਾਂਗੇ। ਕੀ ਇਹਦੇ ਬਾਰੇ ਕੋਈ ਮਹਿਕਮਾ ਹੱਲ ਕਰੂਗਾ? ਏਆਰ ਸਾਹਿਬ ਸ਼ਾਇਦ ਇਹਦਾ ਉੱਤਰ ਬਿਹਤਰ ਦੇ ਸਕਣ। ਏਆਰ ਸਾਹਿਬ। ਬਾਤ ਇਹ ਹੈ, ਇਹ ਸਕੀਮ ਜਿਹੜੀ ਹੈਗੀ ਹੈ ਬਹੁਤ ਹੀ ਵਧੀਆ ਹੈ। ਇਸ ਦੇ ਅੰਦਰ ਅਸੀਂ ਹਜ਼ਾਰਾਂ ਬੰਦਿਆਂ ਦਾ ਕਰੋੜਾਂ ਰੁਪਏ ਦਾ ਇਲਾਜ ਕਰਵਾਇਆ ਹੈਗਾ। ਤੇ ਇਹਦਾ ਇੱਕ ਸਿਸਟਮ ਹੈਗਾ, ਸਾਡੇ ਕੋਲ ਕੋਆਰਡੀਨੇਟਰ ਹੈਗੇ ਆ ਜ਼ਿਲ੍ਹਾ ਪੱਧਰ ਤੇ, ਅਤੇ ਉਸ ਤੋਂ ਬਾਅਦ TPA ਹੈਗਾ, MD ਇੰਡੀਆ, ਤੇ ਇੰਸ਼ੋਰੈਂਸ ਕੰਪਨੀ ਹੈਗੀ ਹੈ। ਜਦੋਂ ਕੋਈ ਪੇਸ਼ੈਂਟ ਦਾਖਲ ਹੁੰਦਾ ਹੈਗਾ ਤਾਂ ਉਸ ਦੀ ਪ੍ਰੀ ਆਥੋਰਾਈਜੇਸ਼ਨ ਜਿਹੜੀ ਹੈਗੀ ਆ ਉਹ ਮੰਗਵਾਉਣੀ ਪੈਂਦੀ ਹੈਗੀ ਹੈ। ਅਗਰ ਉਹ ਪ੍ਰੀ ਆਥੋਰਾਈਜੇਸ਼ਨ ਆਉਣ ਦੇ ਵਿੱਚ ਕੋਈ ਸਮਾਂ ਲੱਗਦਾ ਹੈਗਾ ਤਾਂ ਸੈਕਟਰੀ ਦਾ ਫਰਜ਼ ਬਣਦਾ ਹੈ ਕਿ ਉਹ ਘੱਟੋ ਘੱਟ ਇੰਸਪੈਕਟਰ ਜਾਂ AR ਨੂੰ ਜ਼ਰੂਰ ਦੱਸੇ। ਮੇਰੇ ਕੋਲ ਵੀ ਇਹ ਪ੍ਰੋਬਲਮਾਂ ਅਕਸਰ ਬੇਸ਼ਤਰ ਆਉਂਦੀਆਂ ਹੈਗੀਆਂ। ਇੱਕ ਤੁਹਾਡੀ ਇਕੱਲਿਆਂ ਦੀ ਪ੍ਰੋਬਲਮ ਨਹੀਂ ਹੈਗੀ ਹੈ। ਜਦੋਂ ਕੋਈ ਬੰਦਾ ਪਰੇਸ਼ਾਨ ਹੁੰਦਾ ਹੈਗਾ
ਉਹਨੂੰ ਵਿਚਾਰੇ ਨੂੰ ਕੋਈ ਰਸਤਾ ਨਹੀਂ ਲੱਭਦਾ। ਫਿਰ ਉਹ ਜਦੋਂ ਸਾਡੇ ਕੋਲ ਆਉਂਦਾ ਤਾਂ ਅਸੀਂ ਡਾਇਰੈਕਟ, ਚਾਹੇ ਸਾਡੇ ਡਿਪਟੀ ਰਜਿਸਟਰਾਰ ਨੂੰ ਮਿਲੇ, ਚਾਹੇ ਮੈਨੂੰ ਮਿਲੇ ਜਾਂ ਸਾਡੇ ਕਿਸੇ ਕੁਲੀਕ ਨੂੰ ਮਿਲੇ, ਅਸੀਂ ਉੱਪਰਲੇ ਪਾਸੇ ਜਿਹੜੇ ਸਾਡੇ TPA ਵਾਲੇ ਹੈਗੇ ਆ, ਇੰਸ਼ੋਰੈਂਸ ਵਾਲੇ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਕਹਿ ਕੇ ਅਸੀਂ ਜੋ ਬੰਦਿਆਂ ਦੀ ਪ੍ਰੋਬਲਮਸ ਹੁੰਦੀ ਹੈਗੀ ਹੈ ਉਹ ਸਾਰਟ ਆਊਟ ਕਰਦੇ ਹਾਂ। ਅਗਰ ਤੁਹਾਡੀ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਸਾਡੇ AR ਸਾਹਿਬ ਨੂੰ ਜਾਂ ਇੰਸਪੈਕਟਰ ਸਾਹਿਬ ਨੂੰ ਨੋਟ ਕਰਾ ਦਿਓ ਤੇ ਅਸੀਂ ਤੁਹਾਡਾ ਪ੍ਰਾਇੋਰਟੀ ਦੇ ਉੱਤੇ ਇਲਾਜ ਕਰਾਵਾਂਗੇ। ਦੇਖੋ ਐਡਾ ਬੜਾ ਪ੍ਰੋਗਰਾਮ ਹੈਗਾ, ਇਹ ਨਵਾਂ ਵਿੱਢਿਆ ਹੈਗਾ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਮੀ ਰਹਿ ਜਾਂਦੀ ਹੈਗੀ ਹੈ ਕਿਸੇ ਨਾ ਕਿਸੇ ਸਟੇਜ ਦੇ ਉੱਤੇ। ਬਟ ਸਾਡੀ ਇਹ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਕਿਸੇ ਵੀ ਸਾਡੇ ਪੇਸ਼ੈਂਟ ਨੂੰ ਇਲਾਜ ਕਰਾਉਣ ਦੇ ਅੰਦਰ ਕੋਈ ਦਿੱਕਤ ਨਾ ਆਵੇ। ਤੇ ਅਸੀਂ ਹੁਣ ਪਲੈਨਿੰਗ ਕੀਤੀ ਹੈ, ਮੈਂ ਤੇ ਡਿਪਟੀ ਰਜਿਸਟਰਾਰ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰਦੇ ਸੀ, ਸਾਡਾ ਪ੍ਰੋਗਰਾਮ ਵੀ ਚੱਲਦਾ ਰਹਿੰਦਾ ਹੈਗਾ ਕਿ ਅਸੀਂ ਹਰ ਮਹੀਨੇ, ਬਲਕਿ ਹੁਣ ਅਸੀਂ ਕਰਾਂਗੇ ਕਿ ਹਰ ਹਫਤੇ ਅਸੀਂ ਜਿਹੜੇ ਸਾਡੇ ਕੋਆਰਡੀਨੇਟਰ ਹੈ ਉਹਨਾਂ ਨੂੰ ਮੀਟਿੰਗ 'ਚ ਬੁਲਾਇਆ ਕਰਾਂਗੇ। ਔਰ ਅਸੀਂ ਆਪਣੇ ਜਿਹੜੇ AR ਸਾਹਿਬਾਨ ਹੈਗੇ ਹੈ ਉਹਨਾਂ ਤੋਂ ਸਰਕਲ ਦੀਆਂ ਜਿਸ ਤਰ੍ਹਾਂ ਜਿਹੜੀਆਂ ਵੀ ਪ੍ਰੋਬਲਮਸ ਇਦਾਂ ਦੀਆਂ ਹੈਗੀਆਂ ਤੇ ਉਹ ਅਸੀਂ ਲੈ ਕੇ ਉਹਨਾਂ ਨਾਲ ਡਿਸਕਸ ਕਰਕੇ, ਜੇ ਉਹਨਾਂ ਦੇ ਲੈਵਲ ਦੇ ਉੱਤੇ ਹੱਲ ਕਰਨ ਦਾ ਮਸਲਾ ਹੈਗਾ ਤਾਂ ਉਹਨਾਂ ਦੇ ਲੈਵਲ ਦੇ ਉੱਤੇ, ਜੇ TPA ਨਾਲ ਗੱਲ ਕਰਨੀ ਹੈ ਤਾਂ TPA ਨਾਲ ਗੱਲ ਕਰਾਂਗੇ, ਜਿਹੜੇ ਸਾਡੇ ਇਸ ਸਕੀਮ ਦੇ CEO ਹੈਗੇ ਹੈ ਉਹਨਾਂ ਨਾਲ ਗੱਲ ਕਰਨੀ ਹੈ ਪੰਜਾਬ ਪੱਧਰ ਤੇ ਮੈਂ ਕਰਨਾ। ਸਾਰੀਆਂ ਮੁਸ਼ਕਲਾਂ ਦੇ ਹੱਲ AR ਸਾਹਿਬ ਕਹਿੰਦੇ ਕੱਢਾਂਗੇ। ਗੱਲ ਇਹ ਹੈ ਕਿ ਉਹਨਾਂ ਤੱਕ ਤੁਸੀਂ ਮੁਸ਼ਕਲਾਂ ਲੈ ਕੇ ਜਾਓ। AR ਸਾਹਿਬ ਤੁਹਾਡਾ ਧੰਨਵਾਦ। ਤਰਲੋਚਨ ਸਿੰਘ ਜੀ ਮੇਰੇ ਨਾਲ ਨੇ ਪਿੰਡ ਹੰਬੜਾਂ ਤੋਂ, ਸੋ ਉਹਨਾਂ ਨੂੰ ਮੈਂ ਤੁਹਾਡੇ ਰੂਬਰੂ ਕਰਦਾ ਕਿ ਆਪਣੀ ਮੁਸ਼ਕਲ ਜਾਂ ਆਪਣਾ ਪ੍ਰਸ਼ਨ ਉਹ ਜ਼ਰੂਰ ਆ ਕੇ ਦੱਸਣਾ। ਆਓ ਜੀ ਤਰਲੋਚਨ ਸਿੰਘ ਜੀ। ਸਾਨੂੰ ਮੁਸ਼ਕਲ ਆ ਜੀ, ਸਾਡੀ ਕਾਪੀ ਨਹੀਂ ਬਣਦੀ ਇੱਥੇ ਸੁਸਾਇਟੀ ਦੇ ਵਿੱਚ, ਸਾਨੂੰ ਖਾਦ ਨਹੀਂ ਮਿਲਦੀ, ਕੋਈ ਇੱਥੇ ਕੁਝ ਨਹੀਂ ਮਿਲਦਾ ਹੈਗਾ। ਗੱਲ ਬਿਲਕੁਲ ਸਹੀ ਸੀ, ਕਾਪੀ ਉਹ ਕਹਿੰਦੇ ਬਣਦੀ ਨਹੀਂ, ਇਸ ਕਰਕੇ ਅਸੀਂ ਖਾਦ ਨਹੀਂ ਲੈ ਸਕਦੇ, ਬੀਜ ਨਹੀਂ ਲੈ ਸਕਦੇ। ਲੇਕਿਨ ਮਜਬੂਰੀ DR ਸਾਹਿਬ ਨੇ ਇਹ ਦੱਸੀ ਹੈ ਕਿ ਜਿਹਦੇ ਨਾਲ ਆਪਣੀ ਜ਼ਮੀਨ ਨਾ ਹੋਵੇ ਉਹਦੀ ਕਾਪੀ ਨਹੀਂ ਬਣ ਸਕਦੀ। ਇਸ ਪ੍ਰੋਗਰਾਮ ਦੇ ਰਾਹੀਂ ਅੱਜ ਮੇਰੀ ਸਰਕਾਰ ਨੂੰ ਵੀ, ਕੋਆਪਰੇਟਿਵ ਮੰਤਰੀ ਨੂੰ ਵੀ, ਸਮੁੱਚੇ ਵਿਭਾਗ ਨੂੰ ਇਹ ਜ਼ਰੂਰ ਕਿਸਾਨਾਂ ਵੱਲੋਂ ਬੇਨਤੀ ਹੈ ਕਿ ਇਹੋ ਜਿਹੇ ਕਿਸਾਨ ਉਹ ਕਹਿੰਦੇ ਮੈਂ 20 ਕਿੱਲੇ ਦੀ ਖੇਤੀ ਕਰਨਾ ਜ਼ਮੀਨ ਠੇਕੇ ਤੇ ਲੈ ਕੇ, ਸੋ ਇਹੋ ਜਿਹੇ ਜਿਹੜੇ ਕਿਸਾਨ ਨੇ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਲੇਕਿਨ ਖੇਤੀ ਕਰ ਰਹੇ ਹੈ, ਇਹਨਾਂ ਨੂੰ ਵੀ ਜ਼ਰੂਰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਇਆ ਜਾਵੇ, ਇਹਨਾਂ ਦੀਆਂ ਕਾਪੀਆਂ ਬਣਾਈਆਂ ਜਾਣ ਔਰ ਜਿਹੜੇ ਲਾਭ ਬਾਕੀ ਕਿਸਾਨਾਂ ਨੂੰ ਮਿਲਦੇ ਹੈ ਉਸ ਲਾਭ ਦੇ ਇਹ ਵੀ ਹੱਕਦਾਰ ਬਣ ਸਕਣ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਤੁਸੀਂ ਮੈਨੂੰ ਆਪਣਾ ਨਾਮ ਦੱਸੋ ਜੀ। ਬਲਜਿੰਦਰ ਸਿੰਘ ਭੰਗੂ ਜੀ। ਹਾਂ, ਪ੍ਰਧਾਨ ਸਾਹਿਬ ਨੇ। ਪ੍ਰਧਾਨ ਸਾਹਿਬ ਤੁਸੀਂ ਮਾਈਕ ਤੇ ਆ ਕੇ ਆਪਣਾ ਪ੍ਰਸ਼ਨ ਪੁੱਛੋ ਜੀ। ਮਤਲਬ ਜਿਹੜੇ ਅਸੀਂ ਇੱਥੇ ਮੁਲਾਜ਼ਮ ਰੱਖਣਾ ਚਾਹੁੰਦੇ ਉੱਚੀ ਅੱਗੇ ਮੁਲਾਜ਼ਮ ਰੱਖਣਾ ਚਾਹੁੰਦੇ ਆ ਜੀ, ਕੋਈ ਵੀ ਉਹ ਸਾਨੂੰ ਕਮੇਟੀ ਨੂੰ ਜਾਂ ਸਾਡੇ ਜੋ ਵੀ ਇੱਥੇ ਮੈਂਬਰ ਕੰਮ ਕਰਦੇ ਉਹਨਾਂ ਨੂੰ ਦਿੱਤਾ ਜਾਵੇ, ਨਾ ਕਿ ਉੱਪਰ ਤੁਸੀਂ ਮਤਲਬ ਉਹਦਾ ਨਾ ਕਰਿਓ। ਅਸੀਂ ਆਪ ਰੱਖ ਸਕਦੇ ਹਾਂ, ਸਾਨੂੰ ਹੱਕ ਚਾਹੀਦਾ। ਠੀਕ ਹੈ। ਤੇ ਭੰਗੂ ਸਾਹਿਬ ਨੇ ਪ੍ਰਸ਼ਨ ਪੁੱਛਿਆ ਹੈ ਕਿ ਜਿਹੜੇ ਸੁਸਾਇਟੀਆਂ ਦੇ ਵਿੱਚ ਮੁਲਾਜ਼ਮ ਰੱਖੇ ਜਾਂਦੇ ਹੈ ਉਹਨਾਂ ਦੀ ਜਿਹੜੀ ਭਰਤੀ ਹੈ ਉਸ ਪਿੰਡ ਦੇ ਵਿੱਚੋਂ ਜਾਂ ਮੈਂਬਰਾਂ ਦੇ ਵਿੱਚੋਂ ਹੀ ਕੀਤੀ ਜਾਵੇ, ਬਾਹਰੋਂ ਮੁਲਾਜ਼ਮ ਨਾ ਭਰਤੀ ਕੀਤੇ ਜਾਣ। ਇਹ ਠੀਕ ਹੈ, ਉਸ ਪਿੰਡ ਵਾਲਿਆਂ ਦਾ ਇਹ ਹੱਕ ਵੀ ਹੁੰਦਾ। ਮੈਂ ਸਮਝਦਾ ਬੜਾ ਜੈਨੂਨ ਕੁਐਸਚਨ ਹੈ। AR ਸਾਹਿਬ ਇਹਦਾ ਜ਼ਰੂਰ ਉੱਤਰ ਦੇਣਾ ਚਾਹਣਗੇ ਸੰਖੇਪ ਦੇ ਵਿੱਚ। ਇਹ ਸਰਕਾਰ ਲੈਵਲ ਤੇ ਪਾਲਿਸੀ ਬਣੀ ਹੈ, ਰਜਿਸਟਰਾਰ ਸਾਹਿਬ ਦੀ ਤਰਫ ਤੋਂ ਪਾਲਿਸੀ ਬਣਾਈ ਗਈ ਹੈਗੀ ਹੈ ਵੀ ਜਿਹੜੇ ਕਰਮਚਾਰੀ ਸੁਸਾਇਟੀਜ਼ ਦੇ ਵਿੱਚ ਭਰਤੀ ਕਰਨੇ ਹੈਗੇ ਹੈ, ਪਹਿਲਾਂ ਇਹ ਰਜਿਸਟਰਾਰ ਲੈਵਲ ਤੇ ਬਹੁਤ ਦੇਰ ਪਹਿਲਾਂ ਇਹ DR ਸਾਹਿਬ ਇਸ ਦੀ ਪ੍ਰਵਾਨਗੀ ਦਿੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਇਹ ਰਜਿਸਟਰਾਰ ਸਾਹਿਬ ਲੈਵਲ ਤੇ ਇਸ ਦੀ ਪ੍ਰਵਾਨਗੀ ਚਲੀ ਗਈ ਤੇ ਇਸੇ ਤਰ੍ਹਾਂ CM ਸਾਹਿਬ ਗਾਲਬਨ ਕਿਸੇ ਇਲਾਕੇ ਦੇ ਅੰਦਰ ਆਏ, ਇਸੇ ਤਰ੍ਹਾਂ ਦੀ ਕੋਈ ਮੰਗ ਕੀਤੀ ਗਈ ਤੇ ਇਸ ਪ੍ਰੋਸੈਸ ਨੂੰ ਆਸਾਨ ਕਰਨ ਦੇ ਵਾਸਤੇ ਇਹ ਜਿਹੜੀ ਕਰਮਚਾਰੀ ਦੀ ਭਰਤੀ ਦੀ ਪ੍ਰਵਾਨਗੀ ਸੀਗੀ ਤੇ ਉਹ JR ਸਾਹਿਬ ਨੂੰ ਦੇ ਦਿੱਤੀ ਗਈ। ਤੇ ਹੁਣ ਕੁਝ ਪ੍ਰੋਬਲਮਸ ਆਈਆਂ, ਉਹਦੇ ਕਰਕੇ ਜਿੱਥੇ ਤਾਂ ਕੋਈ ਮੁਲਾਜ਼ਮ ਨਹੀਂ ਹੈਗਾ, ਕਿਸੇ ਸੁਸਾਇਟੀ 'ਚ ਕੋਈ ਮੁਲਾਜ਼ਮ ਨਹੀਂ ਹੈਗਾ, ਉਸ ਦੀ ਪ੍ਰਵਾਨਗੀ ਤਾਂ ਜਿਹੜੀ ਹੈਗੀ ਹੈ ਉਹ JR ਸਾਹਿਬ ਹੀ ਦੇਣਗੇ। ਬਟ ਦੇਣਗੇ ਤਦੋਂ ਜਦੋਂ ਉਹ ਪ੍ਰਵਾਨਗੀ ਸਰਵਿਸ ਰੂਲਾਂ ਅਤੇ ਰਜਿਸਟਰਾਰ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਉਸ ਦੇ ਮੁਤਾਬਕ ਹੋਏਗੀ। ਅਤੇ ਜੇਕਰ ਸੁਸਾਇਟੀ ਦੇ ਵਿੱਚ ਕੋਈ ਕਰਮਚਾਰੀ ਹੈਗੇ ਹੈ ਉਸ ਦੀ ਪ੍ਰਵਾਨਗੀ ਲੈਣੀ ਹੈਗੀ ਹੈ ਤਾਂ ਉਸ ਦੀ ਪ੍ਰਵਾਨਗੀ ਸਾਡੇ ਰਜਿਸਟਰਾਰ ਸਾਹਿਬ ਵੱਲੋਂ ਦਿੱਤੀ ਜਾਂਦੀ ਹੈਗੀ ਹੈ। ਬਾਕੀ ਜਿੱਥੋਂ ਤੱਕ ਸਵਾਲ ਹੈਗਾ ਕਿ ਸੁਸਾਇਟੀ ਦੇ ਕਮੇਟੀ ਮੈਂਬਰਸ ਨੂੰ ਜਿਹੜੀ ਹੈਗੀ ਹੈ ਪ੍ਰਵਾਨਗੀ ਦੇਣ ਦੀ ਆਗਿਆ ਜਾਂ ਪਰਮਿਸ਼ਨ ਦਿੱਤੀ ਜਾਵੇ, ਇਹ ਬਹਿਰਹਾਲ ਸਟੇਟ ਲੈਵਲ ਦਾ ਇੱਕ ਪਾਲਿਸੀ ਹੈਗੀ ਹੈ ਤੇ ਅਸੀਂ ਸਾਡੇ ਹਾਇਰ ਅਥਾਰਟੀਜ਼ ਦੇ ਧਿਆਨ 'ਚ ਲਿਆ ਦੇਵਾਂਗੇ। ਕਿ ਗੁਲਸ਼ਨ ਲਾਲ ਜੀ ਸਾਹਮਣੇ ਆਣਗੇ ਮਾਈਕ ਤੇ ਆਪਣੀ ਗੱਲ ਕਰਨਗੇ। ਗੁਲਸ਼ਨ ਲਾਲ ਜੀ। ਮੈਂ ਗੁਲਸ਼ਨ ਲਾਲ ਜ਼ਿਮੀਦਾਰ ਪਿੰਡ ਬੌਂਕਰ ਡੋਗਰਾ ਨੇੜੇ ਲਾਡੂਵਾਲ ਦਾ ਰਹਿਣ ਵਾਲਾ।
ਮੇਰਾ ਆਪਰੇਸ਼ਨ ਵੀ ਮਹਿਕਮੇ ਵੱਲੋਂ ਚਲਾਈ ਭਾਈ ਕਨ੍ਹਈਆ ਸਕੀਮ ਦੇ ਨਾਲ ਸੰਬੰਧਿਤ ਹੈ। ਮੇਰਾ ਸਵਾਲ ਇਹ ਹੈ ਵੀ ਜਦੋਂ ਜ਼ਿਮੀਂਦਾਰ ਕੋਈ ਬਿਮਾਰ ਹੋ ਜਾਂਦਾ, ਹਸਪਤਾਲਾਂ ਜਾਂਦਾ, ਸਾਡੇ ਤੋਂ ਲਿਸਟ ਮੰਗਦਾ ਜਾਂ ਅਸੀਂ ਸਲਾਹ ਦਿੰਦੇ ਹਾਂ, ਉਹਨਾਂ ਦੀ ਮਹਿਕਮੇ ਦੀ ਲਿਸਟ ਦੇ ਵਿੱਚ ਇਹ ਹੁੰਦਾ ਵੀ ਹਾਰਟ ਦਾ ਇਲਾਜ ਉਹ DMC ਤੋਂ ਕਰਾ ਸਕਦਾ, ਅਪੋਲੋ ਤੋਂ ਕਰਾ ਸਕਦਾ, ਬਾਕੀ ਬਿਮਾਰੀਆਂ ਦਾ ਇਲਾਜ ਹੋਰ ਹਸਪਤਾਲਾਂ ਦੀ ਲਿਸਟ ਆ ਉਹਦਾ ਕਰਾ ਸਕਦਾ। ਜਦ ਕਿ ਜ਼ਿਮੀਂਦਾਰ ਜਾਂ ਕੋਈ ਮੈਂਬਰ ਸੁਸਾਇਟੀ ਦਾ ਹਰੇਕ ਬੰਦਾ, ਚਾਹੇ ਉਹ ਅਮੀਰ ਆ ਜਾਂ ਗਰੀਬ ਆ, ਉਹ ਵਧੀਆ ਤੋਂ ਵਧੀਆ ਹਸਪਤਾਲ ਤੋਂ ਇਲਾਜ ਕਰਾਉਣਾ ਚਾਹੁੰਦਾ, ਚਾਹੇ ਉਹਦਾ ਗੋਡੇ ਦਾ ਹੋਵੇ, ਚਾਹੇ ਉਹਨੂੰ ਕੋਈ ਗੁਰਦਿਆਂ ਦੀ ਬਿਮਾਰੀ ਹੋਵੇ, ਚਾਹੇ ਕੁਝ ਵੀ। ਪਰ ਇਹ ਮਹਿਕਮੇ ਨੇ ਪਾਬੰਦੀਆਂ ਲਗਾਈਆਂ ਹੋਈਆਂ। ਮੇਰੀ ਬੇਨਤੀ ਇਹ ਆ ਇਸ ਮਾਧਿਅਮ ਰਾਹੀਂ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸੋਂ ਵੀ ਉਹ ਚਾਹੇ ਉਹਨੂੰ ਕੋਈ ਵੀ ਬਿਮਾਰੀ ਹੋਵੇ ਸੁਸਾਇਟੀ ਦੇ ਮੈਂਬਰ ਨੂੰ, ਪਰ ਉਹਦਾ ਇਲਾਜ ਵਧੀਆ ਤੋਂ ਵਧੀਆ ਸਾਰੇ ਵੱਡੇ ਹਸਪਤਾਲਾਂ 'ਚ ਹੋ ਸਕੇ। ਜਿਵੇਂ CMC ਹਸਪੀਟਲ ਆ, ਅਪੋਲੋ ਹਸਪੀਟਲ ਆ, ਉਹਦੇ 'ਚ ਹਾਰਟ ਦੇ ਪੇਸ਼ੈਂਟ ਹੀ ਭੇਜੇ ਜਾਂਦੇ, ਬਾਕੀਆਂ ਨੂੰ ਇਲਾਜ ਕਰਾਉਣ ਦੀ ਇਜਾਜ਼ਤ ਨਹੀਂ। ਉਹ ਹਰੇਕ ਬਿਮਾਰੀ ਦੇ ਇਲਾਜ ਲਈ ਉਹਨੂੰ ਵੱਡੇ ਤੋਂ ਵੱਡੇ ਹਸਪਤਾਲਾਂ 'ਚ ਇਜਾਜ਼ਤ ਹੋਣੀ ਚਾਹੀਦੀ ਆ, ਕਿਉਂਕਿ ਮੈਂਬਰ ਇਹ ਚਾਹੁੰਦਾ ਵੀ ਮੈਂਬਰ ਦੀ ਇਹ ਸੋਚ ਆ ਵੀ ਛੋਟੇ ਹਸਪਤਾਲਾਂ ਦੀ ਮਸ਼ੀਨਰੀ ਹੈ ਨਹੀਂ, ਘੱਟ ਆ, ਮਾੜੀ ਆ, ਡਾਕਟਰ ਮਾਹਰ ਨਹੀਂ ਹੈਗੇ। ਵੱਡੇ ਹਸਪਤਾਲਾਂ 'ਚ ਡਾਕਟਰ ਮਾਹਰਾਂ ਦੀ ਕੋਈ ਕਮੀ ਨਹੀਂ ਹੁੰਦੀ। ਇਸ ਕਰਕੇ ਵੱਡੇ ਹਸਪਤਾਲਾਂ ਦੇ ਨਾਲ ਜਿਹੜੀਆਂ ਬਿਮਾਰੀਆਂ ਜੋੜੀਆਂ ਉਹਨਾਂ ਦੀ ਲਿਸਟ 'ਚ ਵਾਧਾ ਕੀਤਾ ਜਾਵੇ, ਹਰੇਕ ਬਿਮਾਰੀ ਦਾ ਇਲਾਜ ਵੱਡੇ ਹਸਪਤਾਲਾਂ 'ਚ ਕਰਾਉਣ ਦੀ ਇਜਾਜ਼ਤ ਹੋਵੇ। ਭੁੱਲਰ ਸਾਹਿਬ, ਨਾ ਕੋ ਵੈਰੀ ਨਾ ਬੇਗਾਨਾ, ਭਾਈ ਕਨ੍ਹਈਆ ਜੀ ਦਾ ਇਹ ਉਦੇਸ਼ ਸੀ ਔਰ ਇਸ ਉਦੇਸ਼ ਸਹਿਤ ਹੀ ਫਾਰਮਰਸ ਦੀ ਅਸੀਂ ਸੇਵਾ ਕਰ ਰਹੇ ਹਾਂ। ਔਰ ਸਾਡੇ ਵੀ ਮਨਸ਼ਾ ਹੁੰਦੀ ਹੈ ਵੀ ਸਾਰਿਆਂ ਦਾ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਹਸਪਤਾਲਾਂ ਦੇ ਵਿੱਚ ਇਲਾਜ ਕੀਤਾ ਜਾਵੇ। ਔਰ ਜਿਸ ਤਰ੍ਹਾਂ ਸ਼੍ਰੀ ਰੋਸ਼ਨ ਲਾਲ ਜੀ ਨੇ ਆਪਣਾ ਸਵਾਲ ਕੀਤਾ ਔਰ ਅਸੀਂ ਗੁਲਸ਼ਨ ਲਾਲ ਜੀ ਨੇ ਸਵਾਲ ਕੀਤਾ ਔਰ ਅਸੀਂ ਸਹਿਮਤ ਹਾਂ। ਅਗਰ ਕੋਈ ਹਸਪੀਟਲ ਜਿਹੜਾ ਇਹਨਾਂ ਦੀ ਲਿਸਟ ਦੇ ਵਿੱਚ ਨਹੀਂ ਹੈ ਉਹ ਸਾਡੇ ਧਿਆਨ ਦੇ ਵਿੱਚ ਲਿਆ ਜਾਵੇ, ਤਾਂ ਜੋ ਅੱਗੇ ਤੋਂ ਜਿਹੜਾ ਅਸੀਂ ਉਸ ਹਸਪਤਾਲ ਨੂੰ ਉਸ ਲਿਸਟ ਦੇ ਵਿੱਚ ਪਵਾ ਸਕੀਏ, ਤਾਂ ਕਿ ਤੁਹਾਡੀ ਹੋਰ ਵਧੀਆ ਤੋਂ ਵਧੀਆ ਸੇਵਾ ਹੋ ਸਕੇ। ਧੰਨਵਾਦ ਜੀ। ਕ੍ਰਿਪਕੋ ਵੱਲੋਂ ਸਾਡੇ ਕੋਲ ਸੱਜਣ ਆਏ ਹੈ, ਇਹ ਇੱਕ ਅੱਧੇ ਮਿੰਟ ਦੇ ਵਿੱਚ ਹੀ ਆਪਣੀ ਉਹ ਸਕੀਮ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨਗੇ। ਮੈਂ ਕ੍ਰਿਪਕੋ ਤੋਂ ਅਨਿਲ ਸ਼ਰਮਾ, ਇੰਚਾਰਜ ਕ੍ਰਿਸ਼ਕ ਭਾਰਤੀ ਸੇਵਾ ਕੇਂਦਰ ਦਾਖਾ। ਜੈਵ ਖਾਦਾਂ ਬਾਰੇ ਗੱਲ ਕਰ ਰਹੇ ਸੀ। ਸਾਡੇ ਕ੍ਰਿਪਕੋ ਕੋਲੇ ਬਾਇਓ ਫਰਟੀਲਾਈਜ਼ਰ ਔਰ ਕੰਪੋਸਟ ਖਾਦ ਕਾਫੀ ਦੇਰ ਤੋਂ ਸਪਲਾਈ ਕਰ ਰਹੇ ਨੇ ਇੱਥੇ, ਔਰ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਸਾਡੇ ਨਾਲ ਆਪਣਾ ਵਾਸਤਾ ਕਾਇਮ ਕਰਨ ਔਰ ਸੈਟੀਆਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਹੁਣ ਸਿਰਫ 1 ਮਿੰਟ ਦੇ ਲਈ ਬੇਨਤੀ ਕਰਾਂਗਾ, ਧਰਮਵੀਰ ਸਿੰਘ ਜੀ ਜੋ ਕਿ ਚੇਅਰਮੈਨ ਨੇ DCU ਦੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਰਾ ਪ੍ਰੋਗਰਾਮ ਅੱਜ ਦਾ ਸਾਡਾ ਨੇਪਰੇ ਚੱਲ ਰਿਹਾ, ਉਹ 1 ਮਿੰਟ ਦੇ ਲਈ ਮਾਈਕ ਤੇ ਆਉਣ। ਧਰਮਵੀਰ ਸਿੰਘ ਜੀ। ਬਹੁਤ ਹੀ ਸਤਿਕਾਰਯੋਗ ਮੇਰੇ DR ਤੇ AR ਸਾਹਿਬਾਨ, AR ਪੱਛਮੀ ਤੇ AR ਪੂਰਬੀ, ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ, ਸਹਿਕਾਰੀ ਸਭਾਵਾਂ ਦੇ ਸੈਕਟਰੀ ਸਾਹਿਬਾਨ, ਇੰਸਪੈਕਟਰ ਸਾਹਿਬਾਨ। ਮੈਂ ਸੁਣਦਾ ਸੀ ਵੱਖ-ਵੱਖ ਬੁਲਾਰੇ ਆ ਕੇ ਪੁੱਛਦੇ ਸੀ ਵੀ ਆਹ ਪ੍ਰੋਬਲਮ ਆ, ਮਤਲਬ ਇਹ ਜਿਹੜੀ ਪ੍ਰੋਬਲਮ ਆਪਾਂ ਕ੍ਰੀਏਟ ਹੁੰਦੀ ਆ ਜਾਂ ਆਪਣੀ ਭਾਈ ਕਨ੍ਹਈਆ ਦੀ ਆ, ਚਾਹੇ ਇਹ ਜਿਹੜੇ ਬੀਜ ਆ ਆਪਣਾ ਖੇਤੀਬਾੜੀ ਸਭਾ ਜਾਂ ਕ੍ਰਿਪਕੋ ਦਿੰਦਾ, ਇਹਦੀਆਂ ਜਿਹੜੀਆਂ ਨੇ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰੂੰ, ਜਿਹੜੇ ਵੀ ਸੰਬੰਧਿਤ ਅਫਸਰ ਨੇ ਉਹਨਾਂ ਨੂੰ ਇਹ ਪਿੰਡ ਦੇ ਸਰਪੰਚ ਤੋਂ ਸਰਟੀਫਿਕੇਟ ਮੰਗੋ ਵੀ ਉਸ ਪਿੰਡ ਦੇ ਵਿੱਚ ਬੀਜ ਵੰਡਿਆ ਕਿ ਨਹੀਂ ਵੰਡਿਆ, ਤੇ ਵੰਡਿਆ ਤੇ ਕਿੰਨਾ ਵੰਡਿਆ। ਮੈਂ ਜੰਡਿਆਲੀ ਸਹਿਕਾਰੀ ਸਭਾ ਗੱਲਾਂ ਦਾ ਪ੍ਰਧਾਨ ਵੀ ਹਾਂ, ਡਿਸਟ੍ਰਿਕਟ ਕੋਆਪਰੇਟਿਵ ਯੂਨੀਅਨ ਦਾ ਚੇਅਰਮੈਨ ਵੀ ਹਾਂ, ਪਿੰਡ ਜੰਡਿਆਲੀ ਦਾ ਮੈਂ ਸਰਪੰਚ ਵੀ ਹਾਂ। ਸਰਦਾਰ ਬਚਿੱਤਰ ਸਿੰਘ ਜੋ ਕਿ ਹੰਬੜਾਂ ਦੇ ਸਰਪੰਚ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮਾਈਕ ਤੇ ਆਣ, ਆਪਣਾ ਪ੍ਰਸ਼ਨ ਪੁੱਛਣ। ਔਰ ਮੈਂ ਸਮੁੱਚੀ ਗ੍ਰਾਮ ਪੰਚਾਇਤ ਹੰਬੜਾਂ ਦੇ ਤੌਰ ਤੇ ਆਪ ਜੀ ਵੱਲੋਂ ਜੋ ਵੀ ਇੱਥੇ ਅਫਸਰ ਸਾਹਿਬਾਨ ਆਏ ਹਨ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਸਬਸਿਡੀ ਆਉਂਦੀ ਹੈ ਜਾਂ ਕਿਸੇ ਵੀ ਸਪਰੇਅ ਪੰਪ ਜਾਂ ਕੋਈ ਵੀ ਹੋਰ ਕੋਈ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਸੰਦਾਂ ਤੇ ਸਬਸਿਡੀ ਆਉਂਦੀ ਹੈ, ਉਹ ਉਸ ਦੀ ਮਨਾਦੀ ਜਾਂ ਕੋਈ ਇਸ਼ਤਿਹਾਰ ਕੱਢ ਕੇ ਕਿਸਾਨਾਂ ਨੂੰ ਜਾਗਰੂਕ ਕਰਾਇਆ ਜਾਵੇ ਜੀ। ਜ਼ਰੂਰ ਸੇਖੋਂ ਸਾਹਿਬ ਇਹਦੇ ਬਾਰੇ ਕੁਝ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ। ਜਿੰਨੀਆਂ ਵੀ ਖੇਤੀਬਾੜੀ ਮਹਿਕਮੇ ਦੇ ਥਰੂ ਸਬਸਿਡੀਆਂ ਆਉਂਦੀਆਂ ਨੇ, ਉਹਨਾਂ ਦਾ ਬਕਾਇਦਾ ਅਖਬਾਰ 'ਚ ਇਸ਼ਤਿਹਾਰ ਦਿੱਤੇ ਜਾਂਦੇ ਨੇ। ਜਿਵੇਂ ਹੁਣ ਕਣਕ ਦੇ ਬੀਜ ਤੇ ਆਈ ਸਬਸਿਡੀ, ਤਾਂ ਉਹਦਾ ਇਸ਼ਤਿਹਾਰ ਦਿੱਤਾ ਗਿਆ, ਅਖਬਾਰ 'ਚ ਲਗਾਤਾਰ ਆਉਂਦਾ ਰਿਹਾ, ਤੇ ਵੀ ਕਿਸਾਨ ਆਪਦੇ ਫਾਰਮ ਦੇਣ ਤੇ ਆਪਦਾ ਬੀਜ ਲੈ ਲੈਣ। ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਮਸ਼ੀਨਰੀ ਤੇ ਸਪਰੇਅ ਪੰਪ ਜਾਂ ਲੇਜ਼ਰ ਲੈਵਲਰ ਜਾਂ ਰੋਟਾਵੇਟਰ, ਜਦੋਂ ਵੀ ਕੋਈ ਸਬਸਿਡੀ ਆਉਂਦੀ ਆ, ਉਹਦੇ ਬਕਾਇਦਾ ਅਖਬਾਰ 'ਚ ਇਸ਼ਤਿਹਾਰ ਦਿੱਤੇ ਜਾਂਦੇ ਨੇ,
ਤੇ ਕਿਸਾਨ ਜਿਹੜੇ ਸਾਡੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਨੇ ਤੇ ਉਹ ਵੀ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਰਾਬਤਾ ਰੱਖ ਕੇ ਉਹਨਾਂ ਦੀਆਂ ਐਪਲੀਕੇਸ਼ਨਾਂ ਲੈਂਦੇ ਨੇ ਤੇ ਅਖਬਾਰ ਜਿੱਥੇ ਵੀ ਕੋਆਪਰੇਟਿਵ ਸੁਸਾਇਟੀ 'ਚ ਆਮ ਅਖਬਾਰ ਆਉਂਦਾ, ਪਿੰਡ 'ਚ ਆਉਂਦਾ, ਉਹਦੇ 'ਚ ਧਿਆਨ ਰੱਖਿਆ ਕਰੋ। ਜਦੋਂ ਸਬਸਿਡੀ ਆਉਂਦੀ ਆ ਤਾਂ ਉਹਦੇ ਵਾਸਤੇ ਤੁਸੀਂ ਸਰਕਾਰ ਵੱਲੋਂ ਬਕਾਇਦਾ ਇਸ਼ਤਿਹਾਰ ਦਿੱਤੇ, ਉਹਨਾਂ ਤੇ ਅਪਲਾਈ ਕਰਿਆ ਕਰੋ। ਫਿਰ ਲਾਟਰੀ ਸਿਸਟਮ ਨਾਲ ਜਿਹੜੀ ਇਹ ਤੁਹਾਨੂੰ ਜਿਹੜੇ ਸੰਦ ਨੇ ਉਹ ਦਿੱਤੇ ਜਾਂਦੇ ਨੇ ਤੇ ਅਖਬਾਰ ਰਾਹੀਂ ਇਹਦੇ ਇਸ਼ਤਿਹਾਰ ਬਕਾਇਦਾ ਦਿੱਤਾ ਜਾਂਦਾ। ਮੈਂ ਅਖੀਰ ਦੇ ਵਿੱਚ ਬੇਨਤੀ ਕਰਾਂ ਬੈਂਸ ਸਾਹਿਬ ਨੂੰ ਕਿ ਕੇਵਲ 1 ਮਿੰਟ ਦੇ ਵਿੱਚ ਆਪਣਾ ਸੁਨੇਹਾ ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਸਮੁੱਚੇ ਪ੍ਰਭਾਵ ਸਾਡੇ ਨਾਲ ਜ਼ਰੂਰ ਸਾਂਝੇ ਕਰਨ। ਬੈਂਸ ਸਾਹਿਬ। ਭੁੱਲਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ, ਅੱਜ ਦਾ ਸਾਡੇ ਪ੍ਰੋਗਰਾਮ ਦਾ ਇਹ ਉਦੇਸ਼ ਸੀ ਕਿ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਨਾਲ ਜੋੜੀਏ ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਕਿਸਾਨ ਭਰਾ ਔਰ ਸਾਡੇ ਨਾਲ ਬਹੁਤ ਜੁੜਨਗੇ ਔਰ ਅਸੀਂ ਇਸ ਮਕਸਦ ਵਿੱਚ ਕਾਮਯਾਬ ਹੋਵਾਂਗੇ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਮੈਂ ਇੱਥੇ ਆਏ ਮਹਿਮਾਨਾਂ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਅੰਤ ਦੇ ਵਿੱਚ ਸਹਿਕਾਰੀ ਸਭਾ ਹੰਬੜਾ, ਇੱਥੋਂ ਦੇ ਸਾਰੇ ਪ੍ਰਬੰਧਕ ਜਿੰਨੇ ਵੀ ਮਾਹਿਰ ਸਾਡੇ ਅੱਜ ਮੰਚ ਤੇ ਬੈਠੇ ਹੈ, ਅਲੱਗ-ਅਲੱਗ ਸਭਾ ਸੁਸਾਇਟੀਆਂ ਦੇ ਪ੍ਰਧਾਨ, ਸਕੱਤਰ ਸਾਹਿਬ, ਪੰਚ, ਸਰਪੰਚ ਤੇ ਸਾਰੇ ਕਿਸਾਨ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਦੂਰਦਰਸ਼ਨ ਵੱਲੋਂ, ਜਲੰਧਰ ਵੱਲੋਂ, ਖਾਸ ਕਰਕੇ ਮੇਰਾ ਪਿੰਡ ਮੇਰੇ ਖੇਤ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ।